ਡੇਵਿਡ ਜੇ ਸ਼ਵਾਰਜ਼ ਦਾ ਅਗਲਾ ਵਿਸ਼ਾ ਹੈ ਲੀਡਰਸ਼ਿਪ ਦੇ ਅਸੂਲ। ਕਈ ਮਹੀਨੇ ਪਹਿਲਾਂ ਇੱਕ ਦਰਮਿਆਨੀ ਸਾਈਜ਼ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਮੈਨੂੰ ਇੱਕ ਮਹੱਤਵਪੂਰਨ ਨਿਰਣਾ ਲੈਣ ਲਈ ਕਿਹਾ। ਇਸ ਐਗਜ਼ੀਕਿਊਟਿਵ ਨੇ ਆਪਣਾ ਬਿਜ਼ਨਸ ਆਪ ਬਣਾਇਆ ਤੇ ਉਹ ਸੇਲਸ ਮੈਨੇਜਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਹੁਣ ਜਦੋਂ ਕਿ ਉਹਦੇ ਕੋਲ 7 ਸੇਲਸਮੈਨ ਕੰਮ ਕਰ ਰਹੇ ਸਨ, ਉਹਨੇ ਨਿਰਣਾ ਲਿਆ ਕਿ ਹੁਣ ਉਹ ਆਪ ਸੇਲਸ ਮੈਨੇਜਰ ਦਾ ਕੰਮ ਛੱਡ ਦੇਗਾ ਤੇ ਕਿਸੇ ਸੇਲਸਮੈਨ ਨੂੰ ਸੇਲਸ ਮੈਨੇਜਰ ਦੇ ਅਹੁਦੇ ਤੇ ਪ੍ਰਮੋਟ ਕਰ ਦੇਗਾ। ਉਹਨੇ ਇਸ ਕੰਮ ਲਈ 3 ਸੇਲਸਮੈਨਾਂ ਨੂੰ ਚੁਣਿਆ ਜਿਹੜੇ ਤਜਰਬੇ ਤੇ ਸੇਲਸ ਦੇ ਹਿਸਾਬ ਨਾਲ ਤਕਰੀਬਨ ਬਰਾਬਰ ਸੀ। ਮੇਰਾ ਕੰਮ ਸੀ ਹਰ ਬੰਦੇ ਨਾਲ ਇੱਕ ਦਿਨ ਬਤੀਤ ਕਰਨਾ ਤੇ ਨਿਰਣਾ ਕਰਨਾ ਕਿ ਇਹ ਬੰਦਾ ਕੀ ਉਸ ਸਮੂਹ ਦਾ ਲੀਡਰ ਬਣਨ ਦੇ ਕਾਬਿਲ ਹੈ। ਹਰ ਸੇਲਸਮੈਨ ਨੂੰ ਦੱਸ ਦਿੱਤਾ ਗਿਆ ਸੀ ਕਿ ਇੱਕ ਸਲਾਹਕਾਰ ਆ ਕੇ ਮਾਰਕੀਟਿੰਗ ਪ੍ਰੋਗਰਾਮ ਬਾਰੇ ਉਹਨਾਂ ਨਾਲ ਵਿਚਾਰਾਂ ਕਰੇਗਾ। ਜ਼ਾਹਿਰ ਹੈ ਉਹਨਾਂ ਨੂੰ ਸਪਸ਼ਟ ਕਾਰਨਾਂ ਨਾਲ ਇਹ ਨਹੀਂ ਦੱਸਿਆ ਗਿਆ ਕਿ ਮੇਰੇ ਵਿਚਾਰਾਂ ਦਾ ਅਸਲ ਮਨੋਰਥ ਕੀ ਸੀ। 2 ਲੋਕਾਂ ਨੇ ਤਕਰੀਬਨ ਇੱਕੋ ਜਿਹੇ ਢੰਗ ਨਾਲ ਆਪਣੀ ਪ੍ਰਤੀਕਿਰਿਆ ਵਿਅਕਤ ਕੀਤੀ। ਦੋਵੇਂ ਮੇਰੇ ਨਾਲ ਬੇਆਰਾਮ ਹੋ ਗਏ। ਦੋਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਮੈਂ ਉੱਥੇ ਕੁਝ ਬਦਲਣ ਦੇ ਮਕਸਦ ਨਾਲ ਸੀ। ਦੋਵੇਂ ਸੇਲਸਮੈਨ ਯਥਾ ਸਥਿਤੀ ਦੇ ਸੱਚੇ ਰਾਖੇ ਸੀ। ਦੋਨਾਂ ਦਾ ਹੀ ਕਹਿਣਾ ਸੀ ਕਿ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ। ਮੈਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦੇ ਖੇਤਰਾਂ ਦਾ ਬਟਵਾਰਾ ਕਿਵੇਂ ਹੋਇਆ, ਉਹਨਾਂ ਦੇ ਸੇਲਸ ਪ੍ਰਮੋਸ਼ਨ ਮੈਟੀਰੀਅਲ ਕੰਪਨਸੇਸ਼ਨ ਪ੍ਰੋਗਰਾਮ ਬਾਰੇ ਗੱਲਾਂ ਕੀਤੀਆਂ। ਮਾਰਕੀਟਿੰਗ ਦੇ ਹਰ ਪਹਿਲੂ ਤੇ ਉਹਨਾਂ ਨੇ ਇਹੀ ਕਿਹਾ ਵੀ ਸਭ ਕੁਝ ਵਧੀਆ ਹੈ। ਕੁਝ ਖਾਸ ਮੁੱਦਿਆਂ ਤੇ ਇਹਨਾਂ ਦੋਨਾਂ ਨੇ ਸਾਫ਼ ਕੀਤਾ ਕਿ ਵਰਤਮਾਨ ਨੀਤੀ 'ਚ ਬਦਲਾਅ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ। ਸੰਖੇਪ 'ਚ ਦੋਵੇਂ ਹੀ ਚਾਹੁੰਦੇ ਸੀ ਕਿ ਸਥਿਤੀਆਂ ਜਿਵੇਂ ਦੀਆਂ ਤਿਵੇਂ ਬਣੀਆਂ ਰਹਿਣ। ਇੱਕ ਬੰਦੇ ਨੇ ਮੈਨੂੰ ਮੇਰੀ ਹੋਟਲ ਤੇ ਲਾਇਆ। ਉਹਨੇ ਚਲਦੇ ਕਿਹਾ ਕਿ ਮੈਂ ਇਹ ਤਾਂ ਨਹੀਂ ਜਾਣਦਾ ਕਿ ਤੁਸੀਂ ਮੇਰੇ ਨਾਲ ਅੱਜ ਦਾ ਦਿਨ ਕਿਉਂ ਗੁਜ਼ਾਰਿਆ, ਪਰ ਮੇਰੇ ਵੱਲੋਂ ਤੁਸੀਂ ਮਿਸਟਰ ਐਮ ਨੂੰ ਦੱਸ ਦੇਣਾ ਕਿ ਜਿਵੇਂ ਵੀ ਹੈ ਸਾਰਾ ਕੁਝ ਵਧੀਆ ਹੈ, ਕਿਸੇ ਵੀ ਚੀਜ਼ ਨੂੰ ਬਦਲਣ ਦੀ ਕੋਈ ਲੋੜ ਨਹੀਂ। ਤੀਜਾ ਸੇਲਸਮੈਨ ਇਹਨਾਂ ਤੋਂ ਵੱਖਰਾ ਸੀ। ਉਹ ਕੰਪਨੀ ਤੋਂ ਖੁਸ਼ ਸੀ ਤੇ ਉਹਨੂੰ ਇਹਦੀ ਤਰੱਕੀ ਤੇ ਫਖਰ ਸੀ, ਪਰ ਉਹ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਉਹ ਸੁਧਾਰ ਚਾਹੁੰਦਾ ਸੀ। ਪੂਰਾ ਦਿਨ ਉਹ ਤੀਜਾ ਸੇਲਸਮੈਨ ਮੈਨੂੰ ਦੱਸਦਾ ਰਿਹਾ ਨਵਾਂ ਬਿਜ਼ਨਸ ਕਿਸ ਤਰ੍ਹਾਂ ਹਾਸਲ ਕੀਤਾ ਜਾ ਸਕਦਾ ਹੈ, ਗਾਹਕਾਂ ਨੂੰ ਵਧੀਆ ਸੇਵਾਵਾਂ ਕਿਵੇਂ ਦਿੱਤੀਆਂ ਜਾ ਸਕਦੀਆਂ, ਸਮੇਂ ਦੀ ਬਰਬਾਦੀ ਕਿਵੇਂ ਘੱਟ ਕੀਤੀ ਜਾ ਸਕਦੀ ਹੈ, ਕੰਪਨਸੇਸ਼ਨ ਯੋਜਨਾ ਨੂੰ ਕਿਵੇਂ ਵਧੀਆ ਬਣਾਇਆ ਜਾ ਸਕਦਾ ਹੈ, ਉਹ ਆਪਣੇ ਆਪ ਤੇ ਕੰਪਨੀ ਇਹ ਤੋਂ ਕਿਸ ਤਰ੍ਹਾਂ ਫਾਇਦਾ ਉਠਾ ਸਕਦੇ ਆ। ਉਹਨੇ ਇੱਕ ਨਵੇਂ ਵਿਗਿਆਪਨ ਮੁਹਿੰਮ ਦੀ ਯੋਜਨਾ ਵੀ ਬਣਾਈ ਜਿਹਦੀ ਇੱਕ ਤਸਵੀਰ ਉਹਨੇ ਮੈਨੂੰ ਦੱਸੀ। ਜਦੋਂ ਮੈਂ ਉੱਥੋਂ ਰਵਾਨਾ ਹੋਇਆ ਤਾਂ ਉਹਨੇ ਮੈਨੂੰ ਚਲਦੇ ਕਿਹਾ ਮੈਨੂੰ ਬੜਾ ਚੰਗਾ ਲੱਗਿਆ, ਮੈਂ ਆਪਣੇ ਵਿਚਾਰ ਕਿਸੇ ਨੂੰ ਦੱਸ ਸਕਿਆ। ਸਾਡੀ ਕੰਪਨੀ ਚੰਗੀ ਹੈ, ਪਰ ਮੈਨੂੰ ਲੱਗਦਾ ਅਸੀਂ ਇਹਨੂੰ ਹੋਰ ਵਧੀਆ ਬਣਾ ਸਕਦੇ ਹਾਂ। ਜ਼ਾਹਿਰ ਹੈ ਮੇਰੀ ਸਿਫਾਰਿਸ਼ ਤੀਜੇ ਬੰਦੇ ਲਈ ਸੀ। ਇਹ ਇੱਕ ਇਹੋ ਜਿਹੀ ਸਿਫਾਰਿਸ਼ ਸੀ ਜਿਹੜੀ ਕੰਪਨੀ ਦੇ ਪ੍ਰੈਜ਼ੀਡੈਂਟ ਦੀਆਂ ਭਾਵਨਾਵਾਂ ਦੇ ਅਨੁਕੂਲ ਸੀ। ਤਰੱਕੀ, ਕਾਰਜਕੁਸ਼ਲਤਾ, ਨਵੇਂ ਪ੍ਰੋਡਕਟ, ਨਵੀਆਂ ਪ੍ਰਤੀਕਿਰਿਆਵਾਂ, ਵਧੀਆ ਟ੍ਰੇਨਿੰਗ ਲਈ ਵੱਡੀ ਖੁਸ਼ਹਾਲੀ 'ਚ ਵਿਸ਼ਵਾਸ ਕਰੋ। 29 'ਚ ਵਿਸ਼ਵਾਸ ਕਰੋ, 29 ਲਈ ਯਤਨ ਕਰੋ ਤੇ ਤੁਸੀਂ ਇੱਕ ਲੀਡਰ ਬਣ ਜਾਓਗੇ। ਬਚਪਨ 'ਚ ਮੈਨੂੰ ਮੌਕਾ ਮਿਲਿਆ ਕਿ ਮੈਂ ਦੇਖ ਸਕਾਂ ਕਿ ਲੀਡਰ ਕਿਸ ਤਰ੍ਹਾਂ ਆਪਣੇ ਸਮਰਥਕਾਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮੈਂ ਇੱਕ ਪੇਂਡੂ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ ਜਿੱਥੇ 8 ਕਲਾਸਾਂ ਸੀ। ਟੀਚਰ ਇੱਕ ਹੀ ਸੀ। 40 ਬੱਚਿਆਂ ਨੂੰ ਇੱਕ ਹੀ ਕਮਰੇ 'ਚ ਤੁੰਨ ਦਿੱਤਾ ਜਾਂਦਾ। ਨਵੀਂ ਟੀਚਰ ਨੂੰ ਹਮੇਸ਼ਾ ਤੰਗ ਕੀਤਾ ਜਾਂਦਾ। ਵੱਡੇ ਬੱਚਿਆਂ ਯਾਨੀ 7ਵੀਂ 8ਵੀਂ ਦੇ ਬੱਚੇ ਦੀ ਅਗਵਾਈ ਹੇਠ ਸਾਰੇ ਵਿਦਿਆਰਥੀ ਟੀਚਰ ਨੂੰ ਮਜ਼ਾ ਚੁਕਾਉਣ ਲਈ ਤਿਆਰ ਰਹਿੰਦੇ। 1 ਸਾਲ ਤੱਕ ਕੁਝ ਜ਼ਿਆਦਾ ਹੰਗਾਮਾ ਹੋਇਆ। ਹਰ ਦਿਨ ਦਰਜਨਾਂ ਸਕੂਲੀ ਸ਼ਰਾਰਤਾਂ ਹੁੰਦੀਆਂ ਜਿਨ੍ਹਾਂ 'ਚ ਚੌਕ ਸੁੱਟਣਾ, ਕਾਗਜ਼ ਦੇ ਹਵਾਈ ਜਹਾਜ਼ ਉਡਾਉਣਾ ਸ਼ਾਮਲ ਸੀ। ਇਸ ਤੋਂ ਇਲਾਵਾ ਕਈ ਵੱਡੀਆਂ ਘਟਨਾਵਾਂ ਵੀ ਹੋਈਆਂ, ਜਿਵੇਂ ਟੀਚਰ ਨੂੰ ਸਕੂਲ ਦੇ ਬਾਹਰ ਅੱਧਾ ਦਿਨ ਖੜਾ ਰੱਖਿਆ ਗਿਆ ਕਿਉਂਕਿ ਕੁੰਡੀ ਅੰਦਰੋਂ ਲਾਈ ਹੋਈ ਸੀ। ਦੂਜੇ ਮੌਕੇ ਇਹਦੇ ਉਲਟ ਹੋਇਆ, ਯਾਨੀ ਟੀਚਰ ਨੂੰ ਸਕੂਲ 'ਚ ਬੰਦ ਕਰ ਦਿੱਤਾ ਗਿਆ ਕਿਉਂਕਿ ਕੁੰਡੀ ਬਾਹਰੋਂ ਲਾ ਦਿੱਤੀ ਗਈ। ਇੱਕ ਦਿਨ ਇੱਕ ਸ਼ਰਾਰਤੀ ਬੱਚਾ ਆਪਣੇ ਕੁੱਤੇ ਨੂੰ ਸਕੂਲ 'ਚ ਲੈ ਆਇਆ, ਪਰ ਮੈਂ ਤੁਹਾਨੂੰ ਦੱਸ ਦਿਆਂ ਇਹ ਬੱਚੇ ਅਪਰਾਧੀ ਕਿਸਮ ਦੇ ਨਹੀਂ ਸੀ। ਚੋਰੀ ਕਰਨਾ, ਸਰੀਰਕ ਹਿੰਸਾ ਕਰਨਾ ਜਾਂ ਨੁਕਸਾਨ ਪਹੁੰਚਾਉਣਾ ਉਹਨਾਂ ਦਾ ਮਨੋਰਥ ਨਹੀਂ ਸੀ। ਉਹ ਤੰਦਰੁਸਤ ਬੱਚੇ ਸੀ ਜਿਹੜੇ ਆਪਣੀ ਜ਼ਬਰਦਸਤ ਊਰਜਾ ਨੂੰ ਆਪਣੀਆਂ ਸ਼ਰਾਰਤਾਂ ਦੇ ਮਾਧਿਅਮ ਨਾਲ ਬਾਹਰ ਕੱਢ ਲੈਂਦੇ ਸੀ। ਤਾਂ ਟੀਚਰ ਨੇ ਕਿਸੇ ਤਰ੍ਹਾਂ ਉਸ ਸਾਲ ਤੇ ਸਕੂਲ ਵਿੱਚ ਰਹਿਣ 'ਚ ਸਫਲਤਾ ਪਾਈ, ਪਰ ਅਗਲੇ ਸਾਲ ਨਵੇਂ ਟੀਚਰ ਨੂੰ ਨਿਯੁਕਤ ਕਰਨਾ ਪਿਆ। ਨਵਾਂ ਟੀਚਰ ਦਾ ਨਜ਼ਰੀਆ ਪੁਰਾਣੀ ਟੀਚਰ ਤੋਂ ਬਿਲਕੁਲ ਵੱਖਰਾ ਸੀ। ਉਹਨੇ ਵਡਿਆਈ ਵਾਲਾ ਵਿਹਾਰ ਕਰਨ ਦੀਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਜਾਗਰਤ ਕੀਤਾ। ਉਹਨੇ ਬੱਚਿਆਂ ਨੂੰ ਸਿਆਣਪ ਨਾਲ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ। ਹਰ ਬੱਚੇ ਨੂੰ ਇੱਕ ਨਿਸ਼ਚਿਤ ਜ਼ਿੰਮੇਵਾਰੀ ਸੌਂਪੀ ਗਈ, ਜਿਵੇਂ ਬਲੈਕ ਬੋਰਡ ਸਾਫ਼ ਕਰਨਾ, ਡਸਟਰ ਸਾਫ਼ ਕਰਨਾ, ਛੋਟੇ ਬੱਚਿਆਂ ਦੀ ਸਹਾਇਤਾ ਕਰਨੀ। ਨਵੇਂ ਟੀਚਰ ਨੇ ਬੱਚਿਆਂ ਦੀ ਜ਼ਬਰਦਸਤ ਊਰਜਾ ਦਾ ਇਸਤੇਮਾਲ ਕਰਨ ਤੇ ਰਚਨਾਤਮਕ ਢੰਗ ਖੋਜ ਲਏ। ਪਹਿਲੇ ਸਾਲ ਬੱਚੇ ਸ਼ੈਤਾਨਾਂ ਵਾਂਗ ਵਿਹਾਰ ਕਿਉਂ ਕਰ ਰਹੇ ਸੀ?
ਅਗਲੇ ਸਾਲ ਉਹੀ ਬੱਚੇ ਦੇਵਤਿਆਂ ਵਾਂਗ ਵਿਹਾਰ ਕਿਉਂ ਕਰਨ ਲੱਗ ਪਏ? ਫਰਕ ਉਹਨਾਂ ਦੇ ਲੀਡਰ ਦਾ ਯਾਨੀ ਕਿ ਉਹਨਾਂ ਦੇ ਟੀਚਰ ਦਾ ਸੀ। ਇਮਾਨਦਾਰੀ ਨਾਲ ਕਿਹਾ ਜਾਏ ਤਾਂ ਅਸੀਂ ਸ਼ਰਾਰਤਾਂ ਲਈ ਬੱਚਿਆਂ ਨੂੰ ਦੋਸ਼ ਨਹੀਂ ਦੇ ਸਕਦੇ। ਇਹ ਟੀਚਰ ਦੀ ਹੀ ਗਲਤੀ ਸੀ ਜਿਹੜੀ ਸਹੀ ਦਿਸ਼ਾ 'ਚ ਬੱਚਿਆਂ ਦੀ ਅਗਵਾਈ ਨਹੀਂ ਕਰ ਪਾਈ। ਪਹਿਲੀ ਟੀਚਰ ਅੰਦਰੋਂ ਬੱਚਿਆਂ ਦੀ ਤਰੱਕੀ ਬਾਰੇ ਪਰਵਾਹ ਨਹੀਂ ਕਰਦੀ ਸੀ। ਉਹਨੇ ਬੱਚਿਆਂ ਲਈ ਕੋਈ ਟੀਚਾ ਨਹੀਂ ਬਣਾਇਆ, ਉਹਨੇ ਉਹਨਾਂ ਨੂੰ ਉਤਸ਼ਾਹਿਤ ਨਹੀਂ ਕੀਤਾ, ਉਹ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖ ਪਾਈ। ਉਹਨੂੰ ਪੜ੍ਹਾਉਣਾ ਪਸੰਦ ਹੀ ਨਹੀਂ ਸੀ, ਇਸ ਲਈ ਬੱਚਿਆਂ ਨੂੰ ਪੜ੍ਹਨਾ ਪਸੰਦ ਨਹੀਂ ਸੀ। ਪਰ ਦੂਜੀ ਟੀਚਰ ਨੇ ਉੱਚੇ ਸਕਾਰਾਤਮਕ ਮਾਪਦੰਡ ਬਣਾਏ। ਉਹ ਬੱਚਿਆਂ ਨੂੰ ਸੱਚਮੁੱਚ ਪਸੰਦ ਕਰਦੀ ਤੇ ਚਾਹੁੰਦੀ ਸੀ ਉਹ ਕੁਝ ਬਣਨ। ਉਹ ਹਰ ਇੱਕ ਨਾਲ ਇਨਸਾਨਾਂ ਵਾਂਗ ਵਿਹਾਰ ਕਰਦੀ। ਉਹਨੂੰ ਸਾਰਿਆਂ ਦਾ ਅਨੁਸ਼ਾਸਨ ਇਸ ਕਰਕੇ ਮਿਲਿਆ ਕਿਉਂਕਿ ਉਹ ਹਰ ਕੰਮ ਵਿੱਚ ਅਨੁਸ਼ਾਸਿਤ ਸੀ। ਹਰ ਮਾਮਲੇ 'ਚ ਵਿਦਿਆਰਥੀਆਂ ਨੇ ਆਪਣੇ ਟੀਚਰ ਦੇ ਉਦਾਹਰਨ ਤੋਂ ਹੀ ਸਿੱਖਿਆ। ਇਸੇ ਤਰ੍ਹਾਂ ਦਾ ਵਿਹਾਰ ਹਰ ਦਿਨ ਵੱਡਿਆਂ ਦੇ ਸਮੂਹਾਂ ਵਿੱਚ ਵੀ ਦੇਖਦੇ ਸੀ। ਦੂਜੇ ਸੰਸਾਰ ਜੰਗ ਦੇ ਦੌਰਾਨ ਸੈਨਾਪਤੀਆਂ ਨੇ ਸਭ ਤੋਂ ਜ਼ਿਆਦਾ ਹੌਸਲਾ ਉਹਨਾਂ ਟੁਕੜੀਆਂ 'ਚ ਨਹੀਂ ਪਾਇਆ ਜਿਨ੍ਹਾਂ ਦੇ ਕਪਤਾਨ ਬੇਫਿਕਰ, ਅਚਿੰਤ ਜਾਂ ਨਿਰਉਤਸ਼ਾਹੀ ਸੀ। ਸਭ ਤੋਂ ਚੰਗੀਆਂ ਟੁਕੜੀਆਂ ਸੀ ਜਿੱਥੇ ਕਪਤਾਨ ਆਪਣੇ ਆਪ ਉੱਚੇ ਪੈਮਾਨੇ ਤੇ ਚੱਲਦਾ, ਉਹਨਾਂ ਦਾ ਪਾਲਣ ਕਰਦਾ ਸੀ। ਫੌਜ ਵਿੱਚ ਇਹੋ ਜਿਹੇ ਅਫਸਰਾਂ ਨੂੰ ਸਨਮਾਨ ਨਹੀਂ ਮਿਲਦਾ ਜਿਨ੍ਹਾਂ ਦਾ ਪੈਮਾਨਾ ਹੇਠਾਂ ਹੁੰਦਾ ਹੈ। ਕਾਲਜ ਦੇ ਵਿਦਿਆਰਥੀ ਆਪਣੇ ਪ੍ਰੋਫੈਸਰਾਂ ਦੇ ਉਦਾਹਰਨਾਂ ਤੋਂ ਹੀ ਸਿੱਖਦੇ ਹੈ। ਇੱਕ ਪ੍ਰੋਫੈਸਰ ਦੀ ਕਲਾਸ 'ਚੋਂ ਬੰਕ ਮਾਰਦੇ, ਨਕਲ ਕਰਦੇ, ਬਗੈਰ ਪੜ੍ਹਾਈ ਕੀਤੇ ਚੰਗੇ ਨੰਬਰ ਲਿਆਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਤੇ ਦੂਜੇ ਪ੍ਰੋਫੈਸਰ ਦੀ ਕਲਾਸ 'ਚ ਇਹੀ ਵਿਦਿਆਰਥੀ ਵਿਸ਼ੇ 'ਚ ਮਹਾਰਤਾਂ ਹਾਸਲ ਕਰਨ ਲਈ ਹੋਰ ਮਿਹਨਤ ਕਰਨ ਲਈ ਤਿਆਰ ਰਹਿੰਦੇ। ਬਿਜ਼ਨਸ ਵਿੱਚ ਵੀ ਸਾਨੂੰ ਇਹੀ ਵੇਖਣ ਨੂੰ ਮਿਲਦਾ ਹੈ। ਵਰਕਰ ਆਪਣੇ ਮਾਲਕ ਤੋਂ ਉਦਾਹਰਨਾਂ ਲੈਂਦੇ ਹੈ। ਵਰਕਰਾਂ ਦੇ ਕਿਸੇ ਸਮੂਹ ਨੂੰ ਨੇੜਿਓਂ ਦੇਖੋ, ਉਹਨਾਂ ਦੀਆਂ ਆਦਤਾਂ, ਹਾਵ ਭਾਵ, ਕੰਪਨੀ ਦੇ ਪ੍ਰਤੀ ਰਵੱਈਆ, ਨੈਤਿਕਤਾ, ਸਵੈ ਨਿਯੰਤਰਣ ਗੌਰ ਨਾਲ ਵੇਖੋ। ਫਿਰ ਉਹਨਾਂ ਦੇ ਬਾਸ ਨਾਲ ਉਹਨਾਂ ਦੇ ਵਿਹਾਰ ਦੀ ਤੁਲਨਾ ਕਰੋ। ਤੁਸੀਂ ਪਾਓਗੇ ਦੋਨਾਂ 'ਚ ਕਾਫੀ ਸਮਾਨਤਾਵਾਂ ਹੈ। ਹਰ ਸਾਲ ਕਈ ਕੰਪਨੀਆਂ ਜਿਹੜੀਆਂ ਆਪਣੀ ਪ੍ਰਗਤੀ ਤੋਂ ਸੰਤੁਸ਼ਟ ਨਹੀਂ ਹੈ, ਕੁਝ ਬਦਲਾਅ ਕਰਦੀਆਂ, ਇਸ ਤਰ੍ਹਾਂ ਕਰਦੀਆਂ ਕਿ ਉਹ ਸਭ ਤੋਂ ਉੱਤੋਂ ਦੇ ਲੋਕਾਂ ਨੂੰ ਬਦਲਦੀਆਂ। ਕੰਪਨੀਆਂ ਉੱਤੋਂ ਤੋਂ ਥੱਲੇ ਵੱਲ ਸਫਲਤਾ ਨਾਲ ਪੁਨਰਗਠਿਤ ਹੁੰਦੀ ਹੈ, ਨਾ ਕਿ ਥੱਲੇ ਤੋਂ ਉੱਤੇ ਵੱਲ। ਉੱਤੋਂ ਦੇ ਲੋਕਾਂ ਦੀ ਦਿਮਾਗੀ ਸੋਚ ਨੂੰ ਬਦਲਦੇ ਹੋ, ਥੱਲੇ ਦੇ ਲੋਕਾਂ ਦੀ ਦਿਮਾਗੀ ਸੋਚ ਆਪੇ ਬਦਲ ਜਾਏਗੀ। ਇਸ ਨੂੰ ਯਾਦ ਰੱਖੋ। ਜਦੋਂ ਤੁਸੀਂ ਕਿਸੇ ਸਮੂਹ ਦੇ ਲੀਡਰ ਬਣਦੇ ਹੋ ਤਾਂ ਉਸ ਸਮੂਹ ਦੇ ਲੋਕੀ ਇੱਕਦਮ ਤੁਹਾਡੇ ਆਦਰਸ਼ ਜਾਂ ਉਦਾਹਰਨਾਂ ਦੇ ਹਿਸਾਬ ਨਾਲ ਚੱਲਣ ਲੱਗਦੇ ਹੈ। ਇਹ ਪਹਿਲੇ ਕੁਝ ਹਫ਼ਤਿਆਂ 'ਚ ਸਪਸ਼ਟ ਦਿਖਦਾ ਹੈ। ਉਹਨਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਤੁਹਾਡੀ ਅਸਲੀਅਤ ਜਾਣਨ, ਕਿਸ ਤਰ੍ਹਾਂ ਇਹ ਪਤਾ ਕਰਨ ਕਿ ਤੁਸੀਂ ਉਹਨਾਂ ਤੋਂ ਕੀ ਚਾਹੁੰਦੇ ਹੋ। ਉਹ ਤੁਹਾਡੀ ਹਰ ਗਤੀਵਿਧੀ ਨੂੰ ਪੂਰੇ ਧਿਆਨ ਨਾਲ ਵੇਖਦੇ ਹੈ। ਇਹ ਕੰਮ ਨੂੰ ਕਿਸ ਤਰ੍ਹਾਂ ਕਰਵਾਉਣਾ ਚਾਹੁੰਦਾ ਹੈ ਜਾਂ ਕਿਹੜੀ ਚੀਜ਼ ਨਾਲ ਖੁਸ਼ ਹੁੰਦਾ ਹੈ। ਤੇ ਜਦੋਂ ਇਹਨਾਂ ਸਵਾਲਾਂ ਦੇ ਜਵਾਬ ਜਾਣ ਲੈਂਦੇ ਆ ਫਿਰ ਉਸੇ ਮੁਤਾਬਿਕ ਕੰਮ ਕਰਨ ਲੱਗਦੇ ਆ। ਉਸ ਆਦਰਸ਼ ਦਾ ਧਿਆਨ ਰੱਖੋ ਜਿਹੜਾ ਤੁਸੀਂ ਪੇਸ਼ ਕਰਦੇ ਹੋ, ਪਰ ਇਸ ਪੁਰਾਣੇ ਪਰ ਹਮੇਸ਼ਾ ਸੱਚੇ ਛੰਦ ਨੂੰ ਆਪਣਾ ਗਾਈਡ ਬਣਾਓ। ਇਹ ਦੁਨੀਆ ਕਿਸ ਤਰ੍ਹਾਂ ਦੀ ਦੁਨੀਆ ਹੁੰਦੀ ਜੇਕਰ ਇਸ 'ਚ ਰਹਿਣ ਵਾਲਾ ਹਰ ਬੰਦਾ ਬਿਲਕੁਲ ਮੇਰੇ ਵਾਂਗ ਹੁੰਦਾ। ਇਹ ਅਖਾਣ ਅੰਦਰ ਅਰਥ ਬਣਾਉਣ ਲਈ ਤੁਸੀਂ ਦੁਨੀਆ ਦੀ ਥਾਂ ਕੰਪਨੀ ਸ਼ਬਦ ਫਿੱਟ ਕਰ ਲਓ। ਹੁਣ ਇਹ ਛੰਦ ਇਸ ਤਰ੍ਹਾਂ ਹੋ ਗਿਆ, ਇਹ ਕੰਪਨੀ ਕਿਸ ਤਰ੍ਹਾਂ ਦੀ ਕੰਪਨੀ ਹੁੰਦੀ ਜੇਕਰ ਇਸ 'ਚ ਕੰਮ ਕਰਨ ਵਾਲਾ ਹਰ ਵਰਕਰ ਬਿਲਕੁਲ ਮੇਰੇ ਵਰਗਾ ਹੁੰਦਾ। ਇਸੇ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਪੁੱਛੋ ਵੀ ਜੇ ਹਰ ਬੰਦਾ ਤੁਹਾਡੇ ਵਾਂਗ ਹੀ ਹੋ ਜਾਏ ਤਾਂ ਕਲੱਬ, ਸਮੁਦਾਇ, ਸਕੂਲ ਜਾਂ ਚਰਚ ਕਿਸ ਤਰ੍ਹਾਂ ਦਾ ਹੋਏਗਾ। ਤੁਸੀਂ ਆਪਣੇ ਹੇਠਲਿਆਂ ਬਾਰੇ ਜਿਸ ਤਰ੍ਹਾਂ ਦਾ ਸੋਚਣਾ ਚਾਹੁੰਦੇ ਹੋ ਉਸੇ ਤਰ੍ਹਾਂ ਸੋਚੋ। ਜਿਹੋ ਜਿਹੀ ਚਰਚਾ ਚਾਹੁੰਦੇ ਹੋ ਉਸੇ ਤਰ੍ਹਾਂ ਦੀ ਕਰੋ। ਜਿਵੇਂ ਦਾ ਕੰਮ ਚਾਹੁੰਦੇ ਹੋ ਉਸੇ ਤਰ੍ਹਾਂ ਦਾ ਕਰੋ। ਲੰਮੇ ਸਮੇਂ ਤੱਕ ਇਕੱਠੇ ਰਹਿਣ ਨਾਲ ਹੇਠਲੇ ਆਪਣੇ ਬੌਸ ਦੀ ਕਾਰਬਨ ਕਾਪੀ ਬਣ ਜਾਂਦੇ ਆ। ਉੱਚ ਕੋਟੀ ਦੀ ਸਫਲਤਾ ਲਈ ਲੋੜੀਂਦਾ ਹੈ ਕਿ ਮਾਸਟਰ ਕਾਪੀ ਡੁਪਲੀਕੇਟ ਕਰਨ ਦੇ ਯੋਗ ਹੋਣੀ ਚਾਹੀਦੀ ਹੈ। ਕੀ ਮੈਂ ਪ੍ਰਗਤੀਸ਼ੀਲ ਚਿੰਤਕ ਹਾਂ? ਚੈੱਕਲਿਸਟ। ਕੀ ਮੈਂ ਆਪਣੇ ਬਿਜ਼ਨਸ ਦੇ ਪ੍ਰਤੀ ਪ੍ਰਗਤੀਸ਼ੀਲ ਚਿੰਤਨ ਕਰਦਾ? ਪਹਿਲਾ। ਕੀ ਆਪਣੇ ਕੰਮ ਦੇ ਬਾਰੇ ਮੇਰਾ ਨਜ਼ਰੀਆ ਇਹ ਰਹਿੰਦਾ ਕਿ ਮੈਂ ਇਹਨੂੰ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਕਰ ਸਕਦਾ? ਦੂਜਾ। ਕੀ ਮੈਂ ਹਰ ਮੌਕੇ ਤੇ ਆਪਣੀ ਕੰਪਨੀ ਦੇ ਲੋਕਾਂ ਜਾਂ ਆਪਣੀ ਕੰਪਨੀ ਦੇ ਸਮਾਨ ਦੀ ਸ਼ਲਾਘਾ ਕਰਦਾ? ਤੀਜਾ। ਕੀ 3 ਜਾਂ 6 ਮਹੀਨੇ ਪਹਿਲਾਂ ਮੇਰੀ ਪੇਸ਼ਕਸ਼ ਬਾਰੇ ਜਿਹੜੀ ਰਾਏ ਸੀ ਅੱਜ ਉਹ ਰਾਏ ਪਹਿਲਾਂ ਤੋਂ ਵਧੀਆ ਹੈ, ਗਿਣਤੀ ਦੇ ਮਾਮਲੇ ਵਿੱਚ ਵੀ ਤੇ ਗੁਣਵੱਤਾ ਦੇ ਮਾਮਲੇ 'ਚ ਵੀ? ਚੌਥਾ। ਕੀ ਮੈਂ ਆਪਣੇ ਹੇਠਲੇ ਸਹਿਯੋਗੀਆਂ ਤੇ ਸਾਥੀ ਵਰਕਰਾਂ ਲਈ ਚੰਗੀ ਉਦਾਹਰਨ ਪੇਸ਼ ਕਰ ਰਿਹਾ? ਐੜਾ ਭਾਗ। ਕੀ ਮੈਂ ਆਪਣੇ ਪਰਿਵਾਰ ਦੇ ਬਾਰੇ 'ਚ ਪ੍ਰਗਤੀਸ਼ੀਲ ਚਿੰਤਨ ਕਰਦਾ? ਪਹਿਲਾ। ਕੀ ਮੇਰਾ ਪਰਿਵਾਰ 3 ਜਾਂ 6 ਮਹੀਨੇ ਪਹਿਲਾਂ
ਨਾਲੋਂ ਅੱਜ ਜ਼ਿਆਦਾ ਖੁਸ਼ ਹੈ। ਦੂਜਾ, ਕਿ ਮੈਂ ਆਪਣੇ ਪਰਿਵਾਰ ਦੇ ਜੀਵਨ ਸਤਰ ਨੂੰ ਸੁਧਾਰਨ ਦੀ ਯੋਜਨਾ ਤੇ ਚੱਲ ਰਿਹਾ। ਤੀਜਾ, ਕਿ ਮੇਰੇ ਪਰਿਵਾਰ ਦੇ ਕਰਨ ਲਈ ਘਰ ਦੇ ਬਾਹਰ ਰੌਚਕ ਗਤੀਵਿਧੀਆਂ ਹਨ। ਚੌਥਾ, ਕਿ ਮੈਂ ਆਪਣੇ ਬੱਚਿਆਂ ਦੇ ਸਾਹਮਣੇ ਇੱਕ ਪ੍ਰਗਤੀਸ਼ੀਲ ਪ੍ਰਗਤੀ ਦੇ ਸਮਰਥਕ ਬੰਦੇ ਦਾ ਉਦਾਹਰਣ ਪੇਸ਼ ਕਰ ਰਿਹਾ। ਈੜੀ ਭਾਗ, ਕਿ ਮੈਂ ਆਪਣੇ ਸਮਾਜ ਬਾਰੇ ਪ੍ਰਗਤੀਸ਼ੀਲ ਚਿੰਤਨ ਕਰਦਾ। ਪਹਿਲਾ, ਮੈਂ ਪਿਛਲੇ 6 ਮਹੀਨਿਆਂ 'ਚ ਆਪਣੇ ਸਮਾਜ ਨੂੰ ਸੁਧਾਰਨ ਲਈ ਕੀ ਕੀਤਾ। ਦੂਜਾ, ਕਿ ਮੈਂ ਆਪਣੇ ਸਮੁਦਾਇ ਨੂੰ ਸੁਧਾਰਨ ਲਈ ਸੱਚਮੁੱਚ ਯਤਨ ਕਰਦਾ ਜਾਂ ਫਿਰ ਮੈਂ ਕੇਵਲ ਸ਼ਿਕਾਇਤਾਂ ਕਰਦਾ, ਆਲੋਚਨਾ ਕਰਦਾ ਤੇ ਨੁਕਤਾਚੀਨੀ ਕਰਦਾ। ਤੀਜਾ, ਕਿ ਮੈਂ ਆਪਣੇ ਸਮੁਦਾਇ 'ਚ ਸੁਧਾਰ ਦੇ ਲਈ ਕਦੇ ਕਿਸੇ ਚੀਜ਼ ਦਾ ਬੀੜਾ ਚੁੱਕਿਆ। ਚੌਥਾ, ਕਿ ਮੈਂ ਆਪਣੇ ਗੁਆਂਢੀਆਂ ਤੇ ਬਾਕੀ ਲੋਕਾਂ ਦੀ ਸ਼ਲਾਘਾ ਕਰਦਾ। ਲੀਡਰਸ਼ਿਪ ਅਸੂਲ ਨੰਬਰ 4, ਆਪਣੇ ਆਪ ਨਾਲ ਗੱਲ ਕਰਨ ਦਾ ਸਮਾਂ ਕੱਢੋ ਤੇ ਆਪਣੇ ਚਿੰਤਨ ਦੀ ਪ੍ਰਬਲ ਸ਼ਕਤੀ ਦਾ ਲਾਭ ਉਠਾਓ। ਸਾਨੂੰ ਆਮ ਕਰਕੇ ਲੱਗਦਾ ਹੈ ਕਿ ਲੀਡਰ ਬੜੇ ਰੁੱਝੇ ਹੋਏ ਲੋਕ ਹੁੰਦੇ ਆ। ਸੱਚਮੁੱਚ ਉਹ ਬਿਜ਼ੀ ਹੁੰਦੇ ਆ। ਲੀਡਰਾਂ ਨੂੰ ਕੰਮ ਨਾਲ ਰੁੱਝਿਆ ਰਹਿਣਾ ਪੈਂਦਾ ਹੈ। ਪਰ ਜਿਸ ਗੱਲ ਤੇ ਆਮ ਕਰਕੇ ਧਿਆਨ ਨਹੀਂ ਦਿੱਤਾ ਜਾਂਦਾ ਉਹ ਇਹ ਹੈ ਕਿ ਲੀਡਰ ਇਕੱਲੇ ਕਾਫੀ ਸਮਾਂ ਬਤੀਤ ਕਰਦੇ ਆ। ਇਸ ਖਾਲੀ ਸਮੇਂ ਅੰਦਰ ਉਹ ਸੋਚਣ ਤੋਂ ਇਲਾਵਾ ਕੁਝ ਨਹੀਂ ਕਰਦੇ। ਮਹਾਨ ਧਾਰਮਿਕ ਲੀਡਰਾਂ ਦੀਆਂ ਜੀਵਨੀਆਂ ਪੜ੍ਹੋ, ਤੁਸੀਂ ਪਾਓਗੇ ਕਿ ਸਾਰਿਆਂ ਨੇ ਇਕਾਂਤ ਵਿੱਚ ਕਾਫੀ ਸਮੇਂ ਲਈ ਚਿੰਤਨ ਕੀਤਾ। ਮੋਜ਼ੇਸ ਕਾਫੀ ਸਮਾਂ ਇਕਾਂਤ 'ਚ ਰਹੇ, ਕਈ ਵਾਰੀ ਤਾਂ ਬੜੇ ਲੰਮੇ ਸਮੇਂ ਤੱਕ। ਈਸਾ ਮਸੀਹ, ਬੁੱਧ, ਕਨਫਿਊਸ਼ੀਅਸ, ਮੁਹੰਮਦ, ਗਾਂਧੀ ਬਾਰੇ ਇਹੀ ਸੱਚ ਹੈ। ਇਤਿਹਾਸ ਦੇ ਹਰ ਪ੍ਰਸਿੱਧ ਧਾਰਮਿਕ ਲੀਡਰ ਨੇ ਜੀਵਨ ਦੀਆਂ ਕਈ ਰੁਕਾਵਟਾਂ ਤੋਂ ਦੂਰ ਆਪਣਾ ਕਾਫੀ ਸਮਾਂ ਇਕਾਂਤ ਚਿੰਤਨ 'ਚ ਗੁਜ਼ਾਰਿਆ। ਇਸੇ ਤਰ੍ਹਾਂ ਰਾਜਨੀਤਿਕ ਨੇਤਾਵਾਂ ਨੇ ਜਿਨ੍ਹਾਂ ਨੇ ਇਤਿਹਾਸ ਤੋਂ ਚੰਗੀ ਜਾਂ ਮਾੜੀ ਛਾਪ ਛੱਡੀ, ਇਕਾਂਤ ਵਿੱਚ ਚਿੰਤਨ ਕਰਿਆ ਕਰਦੇ ਸੀ। ਜੇਕਰ ਫ੍ਰੈਂਕਲਿਨ ਡੀ ਰੂਜ਼ਵੈਲਟ ਨੂੰ ਬਿਮਾਰੀ ਤੋਂ ਬਾਅਦ ਵੀ ਇਕਾਂਤ ਨਹੀਂ ਮਿਲਿਆ ਹੁੰਦਾ ਤਾਂ ਕਿ ਉਹਨਾਂ 'ਚ ਕਦੇ ਇਹੋ ਜਿਹੀ ਅਨੋਖੀ ਲੀਡਰਸ਼ਿਪ ਵਿਕਸਿਤ ਹੋ ਪਾਉਂਦੀ? ਉਹ ਇੱਕ ਰੌਚਕ ਸਵਾਲ ਹੈ। ਹੈਰੀ ਟਰੂਮੈਨ ਨੇ ਵੀ ਬਚਪਨ ਤੇ ਜਵਾਨੀ ਦਾ ਜ਼ਿਆਦਾਤਰ ਸਮਾਂ ਮਸੂਰੀ ਫਾਰਮ ਅੰਦਰ ਇਕਾਂਤ 'ਚ ਬਤੀਤ ਕੀਤਾ। ਜੇਕਰ ਹਿਟਲਰ ਨੂੰ ਜੇਲ੍ਹ 'ਚ ਇਕਾਂਤ ਨਸੀਬ ਨਾ ਹੋਇਆ ਹੁੰਦਾ ਤਾਂ ਸ਼ਾਇਦ ਉਹਨੂੰ ਸੱਤਾ ਵੀ ਨਾ ਮਿਲ ਪਾਉਂਦੀ। ਜੇਲ੍ਹ 'ਚ ਉਹਨੂੰ ਮੀਨ ਕਾਂਫ ਲਿਖਣ ਦਾ ਸਮਾਂ ਮਿਲਿਆ। ਸਾਮਵਾਦ ਵਿੱਚ ਕੂਟਨੀਤਿਕ ਰੂਪ ਤੋਂ ਸਿਆਣੇ ਕਈ ਲੀਡਰ, ਲੈਨਿਨ, ਸਟਾਲਿਨ, ਮਾਰਕਸ ਤੇ ਕਈ ਹੋਰ ਵੀ ਕਾਫੀ ਸਮੇਂ ਤੱਕ ਜੇਲ੍ਹ 'ਚ ਰਹੇ ਤਾਂ ਜੋ ਬਿਨਾਂ ਕਿਸੇ ਬਾਹਰੀ ਚਿੰਤਾ ਦੇ ਉਹ ਆਪਣੀਆਂ ਭਾਵੀ ਯੋਜਨਾਵਾਂ ਬਣਾ ਸਕਣ। ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਆਪਣੇ ਪ੍ਰੋਫੈਸਰਾਂ ਨੂੰ ਹਰ ਹਫ਼ਤੇ ਸਿਰਫ 5 ਘੰਟਿਆਂ ਦਾ ਲੈਕਚਰ ਕਰਵਾਉਂਦੀਆਂ ਤਾਂ ਜੋ ਬਾਕੀ ਸਮਾਂ ਪ੍ਰੋਫੈਸਰ ਦੇ ਕੋਲ ਸੋਚਣ ਦਾ ਸਮਾਂ ਹੋ। ਕਈ ਬਿਜ਼ਨਸ ਹਸਤੀਆਂ ਸਾਰਾ ਦਿਨ ਸਹਿਯੋਗੀਆਂ, ਸੈਕਟਰੀਆਂ, ਟੈਲੀਫੋਨਾਂ ਤੇ ਰਿਪੋਰਟਾਂ ਦੇ ਰੁਝੇਵਿਆਂ 'ਚ ਘਿਰੇ ਹੋਏ ਦਿਖਦੇ ਹਨ, ਪਰ ਤੁਸੀਂ ਉਹਨਾਂ ਦੇ ਜੀਵਨ ਦੇ ਹਰ ਹਫ਼ਤੇ 168 ਘੰਟੇ ਦੇਖੋ ਜਾਂ ਹਰ ਮਹੀਨੇ 720 ਘੰਟੇ, ਤੁਹਾਨੂੰ ਇਹ ਜਾਣ ਕੇ ਅਚਰਜ ਹੋਏਗਾ ਕਿ ਉਹ ਕਾਫੀ ਸਮਾਂ ਇਕਾਂਤ ਵਿੱਚ ਗੁਜ਼ਾਰਦੇ ਆ। ਮੁੱਦੇ ਦੀ ਗੱਲ ਇਹ ਹੈ, ਕਿਸੇ ਵੀ ਖੇਤਰ 'ਚ ਸਫਲ ਬੰਦੇ ਆਪਣੇ ਆਪ ਨਾਲ ਗੱਲਾਂ ਕਰਨ ਲਈ ਸਮਾਂ ਕੱਢਦੇ ਆ। ਇਕਾਂਤ ਵਿੱਚ ਲੀਡਰ ਸਮੱਸਿਆ ਦੇ ਸਾਰੇ ਟੁਕੜਿਆਂ ਨੂੰ ਇਕੱਤਰ ਕਰਦੇ ਆ। ਕਈ ਲੋਕ ਆਪਣੀ ਰਚਨਾਤਮਕ ਲੀਡਰਸ਼ਿਪ ਦੀ ਸਮਰੱਥਾ ਦਾ ਇਸ ਲਈ ਦੋਹਨ ਨਹੀਂ ਕਰ ਪਾਉਂਦੇ ਕਿਉਂਕਿ ਉਹ ਆਪਣਾ ਇਲਾਵਾ ਹਰ ਬੰਦੇ ਨਾਲ ਗੱਲ ਕਰ ਲੈਂਦੇ ਆ। ਤੁਸੀਂ ਵੀ ਕਿਸੇ ਇਹੋ ਜਿਹੇ ਬੰਦੇ ਨੂੰ ਜਾਣਦੇ ਹੋਵੋਗੇ। ਇਹ ਬੰਦਾ ਕੋਸ਼ਿਸ਼ ਕਰਦਾ ਹੈ ਉਹ ਕਦੇ ਇਕੱਲਿਆ ਨਾ ਰਹੇ, ਉਹ ਲੋਕਾਂ ਤੋਂ ਰੁੱਝਿਆ ਰਹਿਣ ਦੀ ਕੋਸ਼ਿਸ਼ ਲਗਾਤਾਰ ਕਰਦਾ ਹੈ। ਜਦੋਂ ਇਹੋ ਜਿਹੇ ਬੰਦੇ ਨੂੰ ਹਾਲਾਤਾਂ ਕਾਰਨ ਸਰੀਰਕ ਤੌਰ ਤੇ ਇਕੱਲਾ ਰਹਿਣਾ ਪੈਂਦਾ ਹੈ ਤਾਂ ਇਹੋ ਜਿਹੇ ਢੰਗ ਲੱਭ ਲੈਂਦਾ ਹੈ ਜਿਨ੍ਹਾਂ ਨਾਲ ਉਹ ਦਿਮਾਗੀ ਤੌਰ ਤੇ ਇਕੱਲਾ ਨਾ ਰਹੇ। ਇਸ ਸਮੇਂ ਅੰਦਰ ਉਹ ਟੈਲੀਫੋਨ, ਅਖਬਾਰ, ਰੇਡੀਓ, ਟੈਲੀਫੋਨ ਜਾਂ ਕਿਸੇ ਹੋਰ ਇਹੋ ਜਿਹੇ ਯੰਤਰਾਂ ਦਾ ਸਹਾਰਾ ਲੈਂਦਾ ਹੈ। ਮਿਸਟਰ ਮੈਂ ਇਕੱਲਾਪਨ ਬਰਦਾਸ਼ਤ ਨਹੀਂ ਕਰ ਪਾਉਂਦਾ। ਆਜ਼ਾਦ ਵਿਚਾਰਾਂ ਤੋਂ ਦੂਰ ਦੌੜਦੇ, ਆਪਣੇ ਦਿਮਾਗ ਦਾ ਦਰਵਾਜ਼ਾ ਬੰਦ ਰੱਖਦੇ ਆ। ਮਨੋਵਿਗਿਆਨਿਕ ਤੌਰ ਤੇ ਉਹ ਆਪਣੇ ਆਪ ਦੇ ਵਿਚਾਰਾਂ ਤੋਂ ਡਰੇ ਰਹਿੰਦੇ ਆ। ਜਿਵੇਂ ਜਿਵੇਂ ਸਮਾਂ ਗੁਜ਼ਰਦਾ ਹੈ, ਮਿਸਟਰ ਮੈਂ ਇਕੱਲਾਪਨ ਬਰਦਾਸ਼ਤ ਨਹੀਂ ਕਰ ਪਾਉਂਦਾ। ਲਗਾਤਾਰ ਉਥਲੇ ਹੋਏ ਜਾਂਦੇ ਆ। ਉਹ ਕਈ ਗਲਤ ਕੰਮ ਵੀ ਕਰ ਦਿੰਦੇ ਆ। ਉਹਨਾਂ ਵਿੱਚ ਟੀਚੇ ਦੀ ਸਮਰੱਥਾ ਜਾਂ ਨਿੱਜੀ ਸਥਿਰਤਾ ਵਿਕਸਿਤ ਨਹੀਂ ਹੋ ਪਾਉਂਦੀ। ਮਿਸਟਰ ਮੈਂ ਇਕੱਲਾਪਨ ਬਰਦਾਸ਼ਤ ਨਹੀਂ ਕਰ ਪਾਉਂਦਾ ਵਾਲੇ ਨਾ ਬਣੋ। ਸਫਲ ਲੀਡਰ ਇਕੱਲੇਪਨ ਵਿੱਚ ਹੀ ਆਪਣੇ ਸੁਪਰ ਪਾਵਰ ਦਾ ਲਾਭ ਉਠਾਉਂਦੇ ਆ। ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ। ਆਓ ਦੇਖੀਏ ਕਿਵੇਂ। ਇੱਕ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਦੇ ਹਿੱਸੇ ਦੇ ਤੌਰ ਤੇ ਮੈਂ 13 ਵਿਦਿਆਰਥੀਆਂ ਨੂੰ 2 ਹਫ਼ਤਿਆਂ ਤੱਕ ਹਰ ਦਿਨ 1 ਘੰਟੇ ਤੱਕ ਇਕਾਂਤ 'ਚ ਰਹਿਣ ਲਈ ਕਿਹਾ। ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਸਾਰੀਆਂ ਰੁਕਾਵਟਾਂ ਤੋਂ ਦੂਰ ਬਿਲਕੁਲ ਇਕਾਂਤ ਕਿਸੇ ਵੀ ਘਟਨਾ ਤੇ ਰਚਨਾਤਮਕ ਰੂਪ ਨਾਲ ਸੋਚਣ। 2 ਹਫ਼ਤਿਆਂ ਬਾਅਦ ਹਰ ਵਿਦਿਆਰਥੀ ਨੇ ਬਗੈਰ ਕਿਸੇ ਅਪਵਾਦ ਦੇ ਇਹ ਦੱਸਿਆ ਕਿ ਇਹ ਤਜਰਬਾ ਬੜਾ ਹੀ ਵਿਹਾਰਕ ਤੇ ਸਫਲ ਰਿਹਾ।
ਇੱਕ ਵਿਦਿਆਰਥੀ ਨੇ ਦੱਸਿਆ ਕਿ ਇਕਾਂਤ ਦੇ ਪ੍ਰਯੋਗ ਦੇ ਪਹਿਲੇ ਉਹਦਾ ਆਪਣੀ ਕੰਪਨੀ ਦੇ ਇੱਕ ਅਫਸਰ ਨਾਲ ਮਤਭੇਦ ਹੋ ਗਿਆ ਸੀ। ਉਹਦੇ ਨਾਲ ਲੜਾਈ ਕਰਨ ਦੇ ਮੂਡ 'ਚ ਆ ਗਿਆ ਸੀ, ਪਰ ਸਪਸ਼ਟ ਚਿੰਤਨ ਉਪਰੰਤ ਉਹਨੇ ਇਸ ਸਮੱਸਿਆ ਦਾ ਸਰੋਤ ਲੱਭ ਲਿਆ ਤੇ ਉਹਦਾ ਹੱਲ ਵੀ ਲੱਭ ਲਿਆ। ਹਰ ਵਿਦਿਆਰਥੀ ਨੇ ਉਤਸ਼ਾਹ ਨਾਲ ਦੱਸਿਆ ਕਿ ਉਹਦੀ ਆਪਣੇ ਆਪ ਬਾਰੇ ਵਧੀਆ ਸੋਚ ਵਿਕਸਿਤ ਹੋਈ। ਉਹਨੇ ਆਪਣੀਆਂ ਕਮਜ਼ੋਰੀਆਂ ਤੇ ਸ਼ਕਤੀਆਂ ਨੂੰ ਜਾਣ ਲਿਆ। ਵਿਦਿਆਰਥੀਆਂ ਨੇ ਇਹੋ ਜਿਹਾ ਕੁਝ ਹੋਰ ਲੱਭ ਲਿਆ ਸੀ ਜਿਹੜਾ ਬੇਹੱਦ ਮਹੱਤਵਪੂਰਨ ਹੈ। ਉਹਨਾਂ ਨੇ ਪਾਇਆ ਕਿ ਇਕਾਂਤ 'ਚ ਲਏ ਗਏ ਨਿਰਣੇ ਤੇ ਨਤੀਜੇ ਨਾ ਜਾਣੇ ਕਿਉਂ 100% ਠੀਕ ਹੁੰਦੇ ਆ। ਵਿਦਿਆਰਥੀਆਂ ਨੇ ਪਾਇਆ ਕਿ ਜਦੋਂ ਕੋਹਰਾ ਛੱਡ ਜਾਂਦਾ ਹੈ ਤਾਂ ਠੀਕ ਨਿਰਣਾ ਬਿਲਕੁਲ ਸਪਸ਼ਟ ਹੋ ਜਾਂਦਾ ਹੈ। ਇਕਾਂਤ ਵਿੱਚ ਕੀਤੇ ਚਿੰਤਨ ਦੇ ਬੜੇ ਫਾਇਦੇ ਹੈ। ਇੱਕ ਦਿਨ ਮੇਰੇ ਇੱਕ ਸਹਿਯੋਗੀ ਨੇ ਇਸ ਸਮੱਸਿਆ ਦੇ ਬਾਰੇ ਆਪਣਾ ਪਹਿਲਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਲਿਆ। ਮੈਂ ਇਹ ਜਾਣਨ ਲਈ ਉਤਸੁਕ ਸੀ ਕਿ ਉਹਨੇ ਆਪਣੇ ਵਿਚਾਰ ਕਿਉਂ ਬਦਲ ਲਏ। ਸਮੱਸਿਆ ਤਾਂ ਉਹੀ ਹੈ ਤੇ ਸਮੱਸਿਆ ਦਰਅਸਲ ਇੱਕ ਬੁਨਿਆਦੀ ਕਿਸਮ ਦੀ ਸਮੱਸਿਆ ਸੀ, ਇਸ ਲਈ ਮੈਂ ਇਸ ਬਦਲਾਅ ਦਾ ਕਾਰਨ ਸਮਝ ਨਹੀਂ ਸਕਿਆ। ਉਹਦਾ ਜਵਾਬ ਇਹ ਸੀ, ਮੈਂ ਸਪਸ਼ਟਤਾ ਨਾਲ ਨਹੀਂ ਸੋਚ ਪਾ ਰਹੀ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਇਸ ਵਾਸਤੇ ਮੈਂ ਅੱਜ ਸਵੇਰੇ 3:30 ਵਜੇ ਉੱਠ ਬੈਠੀ। ਇੱਕ ਕੱਪ ਕਾਫੀ ਪੀਣ ਤੋਂ ਮਗਰੋਂ ਮੈਂ ਸੋਫੇ ਤੇ 7 ਵਜੇ ਤੱਕ ਬੈਠੀ ਸੋਚਦੀ ਰਹੀ। ਹੁਣ ਮੈਨੂੰ ਸਾਰੀਆਂ ਚੀਜ਼ਾਂ ਸਪਸ਼ਟ ਦਿਖ ਰਹੀਆਂ। ਉਹਦਾ ਨਵਾਂ ਢੰਗ ਪੂਰੀ ਤਰ੍ਹਾਂ ਠੀਕ ਸਾਬਤ ਹੋਇਆ। ਹਰ ਦਿਨ ਕੁਝ ਸਮਾਂ, ਘੱਟੋ ਘੱਟ 30 ਮਿੰਟ ਪੂਰੀ ਤਰ੍ਹਾਂ ਇਕਾਂਤ ਵਿੱਚ ਰਹਿਣ ਲਈ ਵੱਖਰੇ ਕੱਢ ਲਓ। ਸ਼ਾਇਦ ਸਵੇਰ ਦਾ ਸਮਾਂ ਵਧੀਆ ਹੁੰਦਾ ਕਿਉਂਕਿ ਉਸ ਸਮੇਂ ਰੌਲਾ ਰੱਪਾ ਨਹੀਂ ਹੁੰਦਾ, ਜਾਂ ਦੇਰ ਸ਼ਾਮ ਦਾ ਸਮਾਂ ਵੀ ਚੰਗਾ ਰਹੇਗਾ। ਤੁਸੀਂ ਇਸ ਸਮੇਂ ਦਾ ਇਸਤੇਮਾਲ 2 ਤਰੀਕਿਆਂ ਨਾਲ ਕਰ ਸਕਦੇ ਹੋ। ਕਿਸੇ ਦਿਸ਼ਾ 'ਚ ਚਿੰਤਨ ਜਾਂ ਦਿਸ਼ਾਹੀਨ ਚਿੰਤਨ। ਕਿਸੇ ਦਿਸ਼ਾ 'ਚ ਚਿੰਤਨ ਕਰਨ ਲਈ ਆਪਣੀ ਕਿਸੇ ਮਹੱਤਵਪੂਰਨ ਸਮੱਸਿਆ ਤੇ ਵਿਚਾਰ ਕਰੋ। ਇਕਾਂਤ 'ਚ ਸਮੱਸਿਆ ਦੇ ਨਿਰਪੱਖ ਢੰਗ ਨਾਲ ਸੋਚੋ, ਇਸ ਤੋਂ ਤੁਹਾਨੂੰ ਠੀਕ ਜਵਾਬ ਮਿਲ ਜਾਏਗਾ। ਦਿਸ਼ਾਹੀਨ ਚਿੰਤਨ ਕਰਨ ਲਈ ਤੁਸੀਂ ਆਪਣੇ ਦਿਮਾਗ ਨੂੰ ਆਪਣੇ ਆਪ ਜਿਹੜਾ ਚਾਹੇ ਉਹ ਸੋਚਣ ਦਿਓ। ਇਹਨਾਂ ਪਲਾਂ 'ਚ ਤੁਹਾਡਾ ਚੇਤਨ ਦਿਮਾਗ ਤੁਹਾਡੇ ਮੈਮਰੀ ਬੈਂਕ ਦਾ ਇਸਤੇਮਾਲ ਕਰਦਾ ਹੈ, ਜਿਹੜਾ ਤੁਹਾਡੇ ਚੇਤਨ ਦਿਮਾਗ ਦਾ ਪੋਸ਼ਣ ਕਰਦਾ ਹੈ। ਦਿਸ਼ਾਹੀਨ ਚਿੰਤਨ ਸਵੈ ਮੁਲਾਂਕਣ 'ਚ ਬੜਾ ਸਹਾਈ ਹੁੰਦਾ ਹੈ। ਤੁਹਾਨੂੰ ਬਹੁਤੇ ਬੁਨਿਆਦੀ ਵਿਸ਼ਿਆਂ ਤੇ ਲੈ ਜਾਂਦਾ, ਜਿਵੇਂ ਮੈਂ ਕਿਵੇਂ ਵਧੀਆ ਬਣ ਸਕਦਾ, ਮੇਰਾ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ। ਯਾਦ ਰੱਖੋ, ਲੀਡਰ ਦਾ ਮੁੱਖ ਕੰਮ ਹੈ ਸੋਚਣਾ ਤੇ ਲੀਡਰਸ਼ਿਪ ਦੀ ਸਭ ਤੋਂ ਵਧੀਆ ਤਿਆਰੀ ਚਿੰਤਨ ਹੈ। ਪਰ ਹਰ ਦਿਨ ਕੁਝ ਸਮਾਂ ਇਕਾਂਤ ਚਿੰਤਨ ਲਈ ਕੱਢੋ ਤੇ ਤੁਸੀਂ ਸਫਲ ਚਿੰਤਨ ਦੇ ਰਾਹ ਪਾਓ। ਜ਼ਿਆਦਾ ਪ੍ਰਭਾਵੀ ਲੀਡਰ ਬਣਨ ਦੇ ਵਾਸਤੇ ਇਹਨਾਂ 4 ਲੀਡਰਸ਼ਿਪ ਸਿਧਾਂਤਾਂ ਨੂੰ ਅਮਲ 'ਚ ਲਿਆਓ। ਪਹਿਲਾ, ਜਿਨ੍ਹਾਂ ਨੂੰ ਤੁਸੀਂ ਪ੍ਰਭਾਵਿਤ ਕਰਨਾ ਚਾਹੁੰਦੇ ਹੋ ਉਹਨਾਂ ਲੋਕਾਂ ਦੇ ਨਜ਼ਰੀਏ ਨਾਲ ਚੀਜ਼ਾਂ ਨੂੰ ਦੇਖੋ। ਦੂਜਾ, ਦੂਜਿਆਂ ਦੇ ਵਿਹਾਰ ਵਿੱਚ ਮਾਨਵੀ ਬਣੋ ਤੇ ਅਸੂਲ ਨੂੰ ਅਮਲ 'ਚ ਲਿਆਓ। ਆਪਣੇ ਆਪ ਨੂੰ ਪੁੱਛੋ, ਇਸ ਸਮੱਸਿਆ ਨਾਲ ਨਿਪਟਣ ਦਾ ਇਨਸਾਨੀ ਢੰਗ ਕੀ ਹੈ। ਤੁਸੀਂ ਜੋ ਵੀ ਕਰੋ ਤਾਂ ਇਹ ਦਿਖਣਾ ਚਾਹੀਦਾ ਹੈ ਕਿ ਤੁਹਾਡੀ ਨਜ਼ਰ 'ਚ ਲੋਕ ਸਭ ਤੋਂ ਪਹਿਲਾਂ ਹੁੰਦੇ ਹੈ। ਤੀਜਾ, ਤਰੱਕੀ ਦੇ ਬਾਰੇ ਸੋਚੋ, ਤਰੱਕੀ ਦੇ ਬਾਰੇ ਵਿਸ਼ਵਾਸ ਕਰੋ, ਤਰੱਕੀ ਦੇ ਲਈ ਯਤਨ ਕਰੋ। ਹਰ ਉਹ ਕੰਮ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਉਸ ਵਿੱਚ ਸੁਧਾਰ ਦਾ ਤਰੀਕਾ ਸੋਚੋ। ਚੌਥਾ, ਆਪਣੇ ਆਪ ਨਾਲ ਗੱਲਾਂ ਕਰਨ ਲਈ ਸਮਾਂ ਕੱਢੋ ਤੇ ਆਪਣੇ ਚਿੰਤਨ ਦੀ ਪ੍ਰਬਲ ਸ਼ਕਤੀ ਦਾ ਲਾਭ ਉਠਾਓ। ਇਕਾਂਤ ਦੇ ਬੜੇ ਫਾਇਦੇ ਹੁੰਦੇ ਆ। ਇਹਦਾ ਉਪਯੋਗ ਆਪਣੀ ਰਚਨਾਤਮਕ ਸ਼ਕਤੀ ਨੂੰ ਆਜ਼ਾਦ ਕਰਨ ਲਈ ਕਰੋ। ਵੱਡੀ ਸੋਚ ਦੇ ਵੱਡੇ ਜਾਦੂ ਨੂੰ ਜੀਵਨ ਦੀਆਂ ਸਭ ਤੋਂ ਮਹੱਤਵਪੂਰਨ ਸਥਿਤੀਆਂ 'ਚ ਕਿਵੇਂ ਇਸਤੇਮਾਲ ਕਰੀਏ। ਵੱਡਾ ਸੋਚਣ 'ਚ ਕਈ ਜਾਦੂਈ ਤਾਕਤ ਹੈ, ਪਰ ਭੁੱਲਣਾ ਕਿੰਨਾ ਸੌਖਾ ਹੁੰਦਾ ਹੈ। ਜਦੋਂ ਵੀ ਤੁਹਾਡੇ ਸਾਹਮਣੇ ਮੁਸ਼ਕਲਾਂ ਆਉਣਗੀਆਂ, ਇਹ ਖਤਰਾ ਰਹੇਗਾ ਕਿ ਤੁਹਾਡੀ ਸੋਚ ਸੁੰਗੜ ਜਾਵੇ। ਹੇਠਾਂ ਕੁਝ ਸੰਖੇਪ ਮਾਰਗਦਰਸ਼ਕ ਸਿਧਾਂਤ ਦਿੱਤੇ ਗਏ ਹੈ ਜਿਹੜੇ ਤੁਹਾਨੂੰ ਤਦ ਵੀ ਮਹਾਨ ਬਣੇ ਰਹਿਣ 'ਚ ਸਹਾਇਤਾ ਕਰਨਗੇ ਜਦੋਂ ਤੁਹਾਡੇ ਸਾਹਮਣੇ ਹੋਛਾ ਸੋਚਣ ਲਈ ਲਾਲਚ ਮੌਜੂਦ ਹੋਣ। ਪਹਿਲਾ, ਜਦੋਂ ਛੋਟੇ ਲੋਕ ਤੁਹਾਨੂੰ ਨੀਚਾ ਦਿਖਾਉਣ ਤਾਂ ਵੱਡਾ ਸੋਚੋ। ਨਿਸ਼ਚਿਤ ਤੌਰ ਤੇ ਦੁਨੀਆ 'ਚ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਚਾਹੁੰਦੇ ਆ ਕਿ ਤੁਸੀਂ ਹਾਰ ਜਾਓ, ਤੁਹਾਡੇ ਜੀਵਨ 'ਚ ਬਦਨਸੀਬੀ ਆ ਜਾਏ, ਤੁਹਾਨੂੰ ਡਾਂਟ ਪੈ ਜਾਏ। ਤੁਸੀਂ ਇਹਨਾਂ 3 ਗੱਲਾਂ ਨੂੰ ਯਾਦ ਰੱਖੋ। ਤੁਸੀਂ ਘਟੀਆ ਲੋਕਾਂ ਨਾਲ ਲੜਨ ਤੋਂ ਇਨਕਾਰ ਕਰ ਦਿਓ, ਤੁਸੀਂ ਜਿੱਤ ਜਾਂਦੇ ਹੋ। ਲੋਕਾਂ ਨਾਲ ਲੜਨ ਤੋਂ ਤੁਹਾਡਾ ਕੱਦ ਛੋਟਾ ਹੋ ਜਾਂਦਾ, ਇਸ ਵਾਸਤੇ ਮਹਾਨ ਬਣੇ ਰਹੋ। ਦੂਜਾ, ਪਿੱਠ ਪਿੱਛੇ ਬੁਰਾਈ ਦਾ ਬੁਰਾ ਨਾ ਮਨਾਓ, ਇਹ ਤਾਂ ਤੁਹਾਡੇ ਵਿਕਾਸ ਤੇ ਤੁਹਾਡੀ ਤਰੱਕੀ ਦਾ ਸਬੂਤ ਹੈ। ਤੀਜਾ, ਯਾਦ ਰੱਖੋ, ਪਿੱਠ ਪਿੱਛੇ ਬੁਰਾਈ ਕਰਨ ਵਾਲੇ ਮਨੋਵਿਗਿਆਨਕ ਤੌਰ ਤੇ ਬਿਮਾਰ ਹੁੰਦੇ ਆ। ਮਹਾਨ ਬਣੇ ਰਹੋ, ਉਹਨਾਂ ਦੇ ਪ੍ਰਤੀ ਹਮਦਰਦੀ ਰੱਖੋ। ਆਪਣੀ ਸੋਚ ਨੂੰ ਇੰਨਾ ਵੱਡਾ ਰੱਖੋ ਕਿ ਹੋਛੇ ਲੋਕਾਂ ਦੇ ਹਮਲਿਆਂ ਦਾ ਤੁਹਾਡੇ ਤੇ ਕੋਈ ਅਸਰ ਨਾ ਹੋਵੇ। ਅਗਲਾ, ਜਦੋਂ ਤੁਹਾਨੂੰ ਇਹ ਲੱਗੇ ਵੀ ਮੇਰੇ ਕੋਲ ਉਹ ਯੋਗਤਾ ਨਹੀਂ ਹੈ ਜੋ ਮੈਂ ਇਸ ਵਿੱਚ ਸਫਲ ਹੋ ਸਕਾਂ, ਤਾਂ ਵੱਡਾ ਸੋਚੋ। ਯਾਦ ਰੱਖੋ,
ਜੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹੋ ਤਾਂ ਤੁਸੀਂ ਕਮਜ਼ੋਰ ਬਣ ਜਾਂਦੇ ਹੋ। ਜੇ ਤੁਸੀਂ ਆਪਣੇ ਆਪ ਨੂੰ ਅਸਮਰਥ ਸਮਝਦੇ ਹੋ ਤੁਸੀਂ ਅਸਮਰਥ ਬਣ ਜਾਂਦੇ ਹੋ। ਤੇ ਜੇ ਤੁਸੀਂ ਆਪਣੇ ਆਪ ਨੂੰ ਸੈਕੰਡ ਕਲਾਸ ਸਮਝਦੇ ਹੋ ਤਾਂ ਸੈਕੰਡ ਕਲਾਸ ਬਣ ਜਾਂਦੇ ਹੋ। ਇਹਨਾਂ ਅਸੂਲਾਂ ਦਾ ਇਸਤੇਮਾਲ ਕਰਕੇ ਆਪਣੇ ਆਪ ਨੂੰ ਸਸਤੇ ਮੁੱਲ ਤੇ ਵੇਚਣ ਦੀ ਸੁਭਾਵਿਕ ਪ੍ਰਵਿਰਤੀ ਤੋਂ ਕਾਬੂ ਰੱਖੋ। ਪਹਿਲਾ, ਮਹੱਤਵਪੂਰਨ ਦੇਖੋ। ਇਸ ਨਾਲ ਤੁਹਾਨੂੰ ਮਹੱਤਵਪੂਰਨ ਗੱਲਾਂ ਸੋਚਣ ਵਿੱਚ ਸਹਾਇਤਾ ਮਿਲਦੀ ਹੈ। ਦੂਜਾ, ਆਪਣੇ ਗੁਣਾਂ ਆਪਣੀ ਕਾਬਲੀਅਤ ਦੇ ਧਿਆਨ ਕੇਂਦਰਿਤ ਕਰੋ। ਆਪਣੇ ਆਪ ਨੂੰ ਹੌਸਲਾ ਦਿਲਾਉਣ ਵਾਲੇ ਪ੍ਰੋਗਰਾਮਾਂ ਦਾ ਪ੍ਰਯੋਗ ਕਰੋ। ਆਪਣੇ ਆਪ ਨੂੰ ਸੁਪਰ ਚਾਰਜ ਕਰਨਾ ਸਿੱਖੋ। ਤੀਜਾ, ਦੂਜੇ ਲੋਕਾਂ ਬਾਰੇ ਸਹੀ ਨਜ਼ਰੀਆ ਰੱਖੋ। ਸਾਹਮਣੇ ਵਾਲਾ ਵੀ ਇਨਸਾਨ ਹੀ ਹੈ, ਇਸ ਵਾਸਤੇ ਉਸ ਤੋਂ ਡਰਨ ਦੀ ਕੀ ਲੋੜ ਹੈ। ਤੁਸੀਂ ਸੱਚਮੁੱਚ ਕਿੰਨੇ ਚੰਗੇ ਹੋਏ ਦੇਖਣ ਵਾਸਤੇ ਵੱਡਾ ਸੋਚੋ। ਅਗਲਾ, ਜਦੋਂ ਬਹਿਸ ਜਾਂ ਲੜਾਈ ਤੋਂ ਤੁਸੀਂ ਬਚ ਨਾ ਸਕੋ ਤਾਂ ਵੱਡਾ ਸੋਚੋ। ਬਹਿਸ ਕਰਨ ਤੇ ਲੜਨ ਦੇ ਲਾਲਚ ਦਾ ਇਸ ਤਰ੍ਹਾਂ ਨਾਲ ਮੁਕਾਬਲਾ ਕਰੋ। ਪਹਿਲਾ, ਆਪਣੇ ਆਪ ਨੂੰ ਪੁੱਛੋ ਕਿ ਇਹ ਚੀਜ਼ ਅਸਲ 'ਚ ਇੰਨੀ ਮਹੱਤਵਪੂਰਨ ਹੈ ਕਿ ਇਹਦੇ ਬਾਰੇ ਬਹਿਸ ਕੀਤੀ ਜਾਏ। ਦੂਜਾ, ਆਪਣੇ ਆਪ ਨੂੰ ਯਾਦ ਦਿਲਾਓ ਕਿ ਤੁਸੀਂ ਬਹਿਸ 'ਚ ਕਦੇ ਕੁਝ ਹਾਸਲ ਨਹੀਂ ਕਰ ਸਕਦੇ। ਇੰਨਾ ਵੱਡਾ ਸੋਚੋ ਕਿ ਤੁਸੀਂ ਇਹ ਜਾਣ ਲਓ ਕਿ ਲੜਾਈ, ਬਹਿਸ, ਝਗੜਿਆਂ ਨੇ ਤੇ ਇਸ ਤਰ੍ਹਾਂ ਦੀਆਂ ਫालतू ਗੱਲਾਂ ਨਾਲ ਤੁਸੀਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਅਗਲਾ, ਤੁਸੀਂ ਜਦੋਂ ਹਾਰੇ ਹੋਏ ਮਹਿਸੂਸ ਕਰੋ ਤਾਂ ਵੱਡਾ ਸੋਚੋ। ਬਗੈਰ ਮੁਸ਼ਕਲਾਂ ਤੇ ਅਸਫਲਤਾਵਾਂ ਦੇ ਵੱਡੀ ਸਫਲਤਾ ਹਾਸਲ ਕਰਨਾ ਸੰਭਵ ਨਹੀਂ ਹੈ, ਪਰ ਬਿਨਾਂ ਹਾਰੇ ਬਾਕੀ ਜ਼ਿੰਦਗੀ ਗੁਜ਼ਾਰ ਦੇਣਾ ਸੰਭਵ ਹੈ। ਮਹਾਨ ਚਿੰਤਕ ਹਾਰ ਦਾ ਸਾਹਮਣਾ ਇਸ ਤਰ੍ਹਾਂ ਕਰਦੇ ਆ। ਪਹਿਲਾਂ, ਹਾਰ ਨੂੰ ਇੱਕ ਸਬਕ ਦੇ ਤੌਰ ਤੇ ਲਓ। ਇਸ ਨਾਲ ਸਿੱਖੋ, ਇਹਦਾ ਵਿਸ਼ਲੇਸ਼ਣ ਕਰੋ। ਅੱਗੇ ਵਧਣ ਦੇ ਵਾਸਤੇ ਹਾਰ ਨੂੰ ਪ੍ਰੇਰਨਾ ਬਣਾਓ। ਹਰ ਹਾਰ ਨਾਲ ਕੁਝ ਨਾ ਕੁਝ ਬਚਾ ਲਓ। ਦੂਜਾ, ਜੁਟੇ ਰਹਿਣ ਨਾਲ ਪ੍ਰਯੋਗਸ਼ੀਲਤਾ ਨੂੰ ਜੋੜ ਦਿਓ। ਪਿੱਛੇ ਹਟ ਕੇ ਨਵੇਂ ਸਿਰਿਓਂ ਨਵੀਂ ਸ਼ੈਲੀ ਤੋਂ ਸ਼ੁਰੂਆਤ ਕਰੋ। ਇੰਨਾ ਵੱਡਾ ਸੋਚੋ ਕਿ ਤੁਸੀਂ ਦੇਖ ਸਕੋ ਕਿ ਹਾਰ ਇੱਕ ਮਾਨਸਿਕ ਅਵਸਥਾ ਹੈ। ਅਗਲਾ, ਜਦੋਂ ਰੋਮਾਂਸ ਖਤਮ ਹੋਣ ਲੱਗੇ ਤਾਂ ਵੱਡਾ ਸੋਚੋ। ਨਕਾਰਾਤਮਕ ਛੋਟੀ ਸੋਚ ਰੋਮਾਂਸ ਦੀ ਹੱਤਿਆ ਕਰ ਦਿੰਦੀ ਹੈ। ਉਸ ਪਿਆਰ ਨੂੰ ਨਸ਼ਟ ਕਰ ਦਿੰਦੀ ਹੈ ਜਿਹੜਾ ਤੁਹਾਡੇ ਤੇ ਤੁਹਾਡੀ ਪ੍ਰੇਮਿਕਾ ਜਾਂ ਤੁਹਾਡੇ ਪ੍ਰੇਮੀ ਦੇ ਵਿਚਕਾਰ ਹੈ। ਜਦੋਂ ਪਿਆਰ 'ਚ ਗੜਬੜ ਹੋ ਜਾਏ ਤਾਂ ਇਹ ਕਰੋ। ਪਹਿਲਾ, ਤੁਸੀਂ ਜਿਸ ਇਨਸਾਨ ਦਾ ਪਿਆਰ ਹਾਸਲ ਕਰਨਾ ਚਾਹੁੰਦੇ ਹੋ ਤੁਸੀਂ ਉਹਦੇ ਸਭ ਤੋਂ ਚੰਗੇ ਗੁਣਾਂ ਵੱਲ ਧਿਆਨ ਦਿਓ। ਬਾਕੀ ਚੀਜ਼ਾਂ ਨੂੰ ਤੁਸੀਂ ਉੱਥੇ ਹੀ ਰੱਖੋ ਜਿਹੜੀ ਉਹਨਾਂ ਦੀ ਠੀਕ ਜਗ੍ਹਾ ਹੋਵੇ। ਦੂਜੇ ਨੰਬਰ ਤੇ, ਦੂਜਾ, ਆਪਣੇ ਜੀਵਨ ਸਾਥੀ ਵਾਸਤੇ ਕੁਝ ਖਾਸ ਕਰੋ। ਇਸ ਤਰ੍ਹਾਂ ਆਮ ਕਰਕੇ ਕਰੋ। ਵਿਆਹ ਦੇ ਆਨੰਦ ਦਾ ਰਾਜ਼ ਲੱਭਣ ਲਈ ਵੱਡਾ ਸੋਚੋ। ਅਗਲਾ, ਜਦੋਂ ਤੁਹਾਨੂੰ ਲੱਗੇ ਕਿ ਬਿਜ਼ਨਸ 'ਚ ਤਰੱਕੀ ਘੱਟ ਹੋ ਰਹੀ ਹੈ ਤਾਂ ਵੱਡਾ ਸੋਚੋ। ਚਾਹੇ ਤੁਹਾਡਾ ਬਿਜ਼ਨਸ ਕੁਝ ਵੀ ਹੋਵੇ, ਉੱਚਾ ਸਟੇਟਸ ਤੇ ਜ਼ਿਆਦਾ ਤਨਖਾਹ ਸਿਰਫ ਇੱਕ ਚੀਜ਼ ਤੋਂ ਆਉਂਦੀ ਹੈ, ਤੁਹਾਡੀ ਪੇਸ਼ਕਸ਼ ਦੀ ਮਾਤਰਾ ਤੇ ਗੁਣਵੱਤਾ ਵਧਾਉਣ ਨਾਲ। ਇਹ ਕਰੋ। ਸੋਚੋ, ਮੈਂ ਇਹਨੂੰ ਵਧੀਆ ਤਰੀਕੇ ਨਾਲ ਕਰ ਸਕਦਾ। ਸਰਵਸ਼੍ਰੇਸ਼ਟ ਕੰਮ ਕਰਨਾ ਮੇਰੇ ਲਈ ਸੰਭਵ ਹੈ। ਹਰ ਕੰਮ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ। ਇਸ ਦੁਨੀਆ 'ਚ ਜਿਹੜਾ ਕੁਝ ਵੀ ਹੋ ਰਿਹਾ ਉਹਨੂੰ ਹੋਰ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ ਸੋਚਦੇ ਹੋ ਮੈਂ ਇਹਨੂੰ ਵਧੀਆ ਢੰਗ ਨਾਲ ਕਰ ਸਕਦਾ ਤਾਂ ਆਪਣੇ ਆਪ ਤੁਹਾਨੂੰ ਵਧੀਆ ਕਰਨ ਦੇ ਢੰਗ ਮਿਲ ਜਾਣਗੇ। ਮੈਂ ਇਹਨੂੰ ਵਧੀਆ ਢੰਗ ਨਾਲ ਕਰ ਸਕਦਾ। ਸੋਚਣ ਨਾਲ ਤੁਹਾਡੀ ਰਚਨਾਤਮਕ ਸ਼ਕਤੀ ਜਾਗਰਤ ਹੋ ਜਾਂਦੀ ਹੈ। ਇੰਨਾ ਵੱਡਾ ਸੋਚੋ ਤੁਸੀਂ ਇਹ ਦੇਖ ਸਕੋ ਕਿ ਜੇ ਤੁਸੀਂ ਸੇਵਾ ਭਾਵ ਨੂੰ ਪਹਿਲੇ ਨੰਬਰ ਤੇ ਰੱਖੋਗੇ ਤਾਂ ਪੈਸਾ ਆਪਣੇ ਆਪ ਤੁਹਾਡੇ ਕੋਲ ਆ ਜਾਏਗਾ। ਪਿਊਬਿਲੀਅਸ ਸਾਇਰਸ ਦੇ ਸ਼ਬਦਾਂ 'ਚ ਬੁੱਧੀਮਾਨ ਮਨੁੱਖ ਆਪਣੇ ਦਿਮਾਗ ਦਾ ਮਾਲਕ ਹੁੰਦਾ ਹੈ ਤੇ ਮੂਰਖ ਇਹਦਾ ਗੁਲਾਮ। ਧੰਨਵਾਦ।